राजा अहाब ने हाँ जी। राजा अहाब ने वापस जाके अपनी पत्नी इजाबल ਨੂੰ ਦੱਸਿਆ ਕਿ ਜੋ ਏਲੀਆ ਨਬੀ ਨੇ ਕੀ ਕੀਤਾ ਅਤੇ ਕਿਸ ਤਰ੍ਹਾਂ ਉਸਨੇ ਬਾਲ ਦੇ ਸਭ ਨਬੀਆਂ ਨੂੰ ਕਤਲ ਕਰ ਦਿੱਤਾ ਹੈ। ਸੋ ਇਜ਼ਾਬਲ ਨੇ ਏਲੀਆ ਨਬੀ ਕੋਲ ਇਹ ਸੰਦੇਸ਼ ਘੱਲਿਆ, ਦੇਵਤੇ ਮੇਰਾ ਬੁਰਾ ਹਾਲ ਕਰਨ, ਜੇਕਰ ਮੈਂ ਕੱਲ ਇਸ ਸਮੇਂ ਤੱਕ ਉਹੋ ਜਿਹਾ ਹਾਲ ਤੇਰਾ ਨਾ ਕਰਾਂ ਜੋ ਤੂੰ ਬਾਲ ਦੇ ਨਬੀਆਂ ਦਾ ਕੀਤਾ ਹੈ। ਏਲੀਆ ਇਹ ਸੰਦੇਸ਼ ਸੁਣ ਕੇ ਡਰ ਗਿਆ ਅਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਉੱਥੋਂ ਬੇਰਸ਼ਬਾ ਨੂੰ ਜੋ ਯਹੂਦਾ ਵਿੱਚ ਚਲਾ ਗਿਆ। ਪਰ ਏਲੀਆ ਨੇ ਆਪਣੇ ਨੌਕਰ ਨੂੰ ਉੱਥੇ ਛੱਡ ਦਿੱਤਾ ਅਤੇ ਉਹ ਆਪ ਔਜ਼ਾਰ ਵਿੱਚ ਪੂਰੇ ਦਿਨ ਦੀ ਯਾਤਰਾ ਕਰਕੇ ਅੱਗੇ ਗਿਆ ਅਤੇ ਇੱਕ ਛਾਂ ਵਾਲੇ ਰੁੱਖ ਹੇਠ ਬੈਠ ਕੇ ਇਸ ਤਰ੍ਹਾਂ ਆਪਣੀ ਮੌਤ ਲਈ ਪ੍ਰਾਰਥਨਾ ਕੀਤੀ। ਪ੍ਰਭੂ, ਇਹ ਬਹੁਤ ਹੈ, ਮੇਰੀ ਪ੍ਰਾਰਥਨਾ ਹੈ ਕਿ ਤੂੰ ਮੈਨੂੰ ਹੁਣ ਇਸ ਧਰਤੀ ਤੋਂ ਚੁੱਕ ਲੈ। ਏਲੀਆ ਰੁੱਖ ਦੇ ਹੇਠ ਸੌਂ ਗਿਆ ਅਤੇ ਅਚਾਨਕ ਸਵਰਗਦੂਤ ਨੇ ਉਸਨੂੰ ਉਠਾ ਕੇ ਕਿਹਾ, ਤੂੰ ਉੱਠ ਤੇ ਖਾ। ਉਸਨੇ ਉੱਠ ਕੇ ਆਪਣੇ ਕੋਲ ਇੱਕ ਪੱਕੀ ਰੋਟੀ ਅਤੇ ਪਾਣੀ ਦੀ ਸਰਾਹੀ ਪਈ ਦੇਖੀ। ਸੋ ਉਸਨੇ ਰੋਟੀ ਖਾਧੀ ਅਤੇ ਸਰਾਹੀ ਵਿੱਚੋਂ ਪਾਣੀ ਪੀਤਾ ਅਤੇ ਫਿਰ ਸੌਂ ਗਿਆ। ਪਰ ਪ੍ਰਭੂ ਦੇ ਸਵਰਗਦੂਤ ਨੇ ਦੁਬਾਰਾ ਏਲੀਆ ਨੂੰ ਉਠਾਇਆ ਤੇ ਕਿਹਾ, ਤੂੰ ਉੱਠ ਕੇ ਹੋਰ ਭੋਜਨ ਕਰ, ਕਿਉਂਕਿ ਤੂੰ ਬਹੁਤ ਲੰਮਾ ਸਫ਼ਰ ਕਰਨਾ ਹੈ। ਸੋ ਏਲੀਆ ਨੇ ਉੱਠ ਕੇ ਖਾਧਾ ਪੀਤਾ, ਜਿਸ ਤੋਂ ਉਸਨੂੰ ਇੰਨੀ ਸ਼ਕਤੀ ਮਿਲੀ ਕਿ ਉਹ ਪਰਮੇਸ਼ਰ ਦੇ ਸੀਨਾ ਪਹਾੜ ਤੱਕ 40 ਦਿਨ ਤੱਕ ਬਿਨਾਂ ਕੁਝ ਖਾਧਿਆਂ ਸਫ਼ਰ ਕਰ ਸਕਿਆ। ਉੱਥੇ ਪਹੁੰਚ ਕੇ ਉਹ ਇੱਕ ਗੁਫਾ ਵਿੱਚ ਰਾਤ ਕੱਟਣ ਲਈ ਚਲਾ ਗਿਆ। ਪਰ ਅਚਾਨਕ ਪ੍ਰਭੂ ਨੇ ਉਸਨੂੰ ਸੱਦਿਆ ਤੇ ਪੁੱਛਿਆ, ਏਲੀਆ, ਤੂੰ ਕੀ ਕਰ ਰਿਹਾ ਹੈ? ਏਲੀਆ ਨੇ ਉੱਤਰ ਦਿੱਤਾ, ਹੇ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ ਹਾਂ, ਪਰ ਇਸਰਾਏਲੀ ਲੋਕਾਂ ਨੇ ਤੇਰਾ ਨੇਮ ਤੋੜਿਆ ਅਤੇ ਤੇਰੀਆਂ ਵੇਦੀਆਂ ਢਾਹ ਦਿੱਤੀਆਂ ਹਨ। ਉਹਨਾਂ ਨੇ ਤੇਰੇ ਸਭ ਨਬੀਆਂ ਨੂੰ ਕਤਲ ਕਰ ਦਿੱਤਾ, ਕੇਵਲ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਤਦ ਪ੍ਰਭੂ ਨੇ ਉਸਨੂੰ ਕਿਹਾ, ਤੂੰ ਪਹਾੜ ਦੀ ਚੋਟੀ ਉੱਤੇ ਜਾ ਕੇ ਮੇਰੇ ਸਾਹਮਣੇ ਖੜਾ ਹੋ। ਜਦੋਂ ਉਹ ਉੱਥੇ ਖੜਾ ਸੀ ਤਾਂ ਪ੍ਰਭੂ ਉਸਦੇ ਸਾਹਮਣਿਓਂ ਦੀ ਲੰਘਿਆ ਅਤੇ ਉਸਨੇ ਇੱਕ ਭਿਅੰਕਰ ਹਨੇਰੀ ਘੱਲੀ, ਜਿਸ ਨਾਲ ਪਹਾੜ ਪਾਟ ਗਏ ਅਤੇ ਚਟਾਨਾਂ ਤਿੜਕ ਗਈਆਂ। ਪਰ ਪ੍ਰਭੂ ਉਸ ਹਨੇਰੀ ਵਿੱਚ ਨਹੀਂ ਸੀ। ਹਨੇਰੀ ਦੇ ਪਿੱਛੋਂ ਭੁਚਾਲ ਆਇਆ, ਪਰ ਪ੍ਰਭੂ ਉਸ ਭੁਚਾਲ ਵਿੱਚ ਵੀ ਨਹੀਂ ਸੀ। ਭੁਚਾਲ ਦੇ ਪਿੱਛੋਂ ਅੱਗ ਆਈ, ਪਰ ਪ੍ਰਭੂ ਉਸ ਅੱਗ ਵਿੱਚ ਵੀ ਨਹੀਂ ਸੀ। ਹਾਂ, ਅੱਗ ਦੇ ਪਿੱਛੋਂ ਇੱਕ ਸ਼ਾਂਤ ਨਿਮੀ ਜਿਹੀ ਆਵਾਜ਼ ਆਈ। ਜਦੋਂ ਏਲੀਆ ਨੇ ਇਹ ਆਵਾਜ਼ ਸੁਣੀ ਤਾਂ ਉਸਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ ਤੇ ਉਹ ਗੁਫਾ ਦੇ ਬੂਹੇ ਅੱਗੇ ਜਾ ਕੇ ਖੜਾ ਹੋ ਗਿਆ। ਤਦ ਇੱਕ ਆਵਾਜ਼ ਨੇ ਉਸਨੂੰ ਕਿਹਾ, ਏਲੀਆ, ਤੂੰ ਇੱਥੇ ਕੀ ਕਰ ਰਿਹਾ ਹੈ? ਏਲੀਆ ਨੇ ਉੱਤਰ ਦਿੱਤਾ, ਹੇ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ ਹਾਂ, ਪਰ ਇਸਰਾਏਲੀ ਲੋਕਾਂ ਨੇ ਤੇਰੇ ਨੇਮ ਨੂੰ ਤੋੜਿਆ ਅਤੇ ਤੇਰੀਆਂ ਵੇਦੀਆਂ ਢਾਹ ਦਿੱਤੀਆਂ ਹਨ। ਕੇਵਲ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਆਮੀਨ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿੱਥੇ ਪਹੁੰਚ ਚੁੱਕੇ ਹਾਂ, ਇੱਥੇ ਅਸੀਂ ਦੇਖਦੇ ਪਏ ਹਾਂ ਏਲੀਆ ਦੀ ਜ਼ਿੰਦਗੀ ਦੇ ਬਾਰੇ। ਏਲੀਆ, ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਪ੍ਰਭੂ ਨੇ ਵੱਡੇ ਵੱਡੇ ਕੰਮ ਏਲੀਆ ਦੇ ਲਈ ਕੀਤੇ। ਅਸੀਂ ਦੇਖਿਆ ਪ੍ਰਭੂ ਨੇ ਏਲੀਆ ਨੂੰ ਉਸ ਵੇਲੇ ਏਲੀਆ ਦੇ ਮਨ 'ਚ ਕੋਈ ਡਰ ਨਹੀਂ ਆਇਆ ਜਿਸ ਵੇਲੇ ਜਾ ਕੇ ਉਸਨੇ ਅਹਾਬ ਨੂੰ ਉਹਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਖੜਾ ਹੋ ਕੇ ਕਿਹਾ ਕਿ 3 ਸਾਲ ਮੀਂਹ ਨਹੀਂ ਪਏਗਾ, ਇੱਥੇ ਤੱਕ ਕਿ ओस भी नहीं पाएगी जब तक कि मैं ना कहा। उसले कोई डर नहीं आया। और फिर 3 ਸਾਲ ਉਹ ਅਸੀਂ ਦੇਖਿਆ ਕਿ ਪ੍ਰਭੂ ਨੇ ਉਸਨੂੰ ਉੱਥੇ ਖਾਣ ਦੇ ਲਈ ਦਿੱਤਾ, ਕਾਵਾਂ ਦੇ ਰਾਹੀਂ ਉਸਨੂੰ ਖਿਲਾਇਆ। ਕਿੱਡਾ ਵੱਡਾ ਮਿਰਾਕਲ ਹੈ, ਕਿੱਡਾ ਵੱਡਾ ਮਿਰਾਕਲ ਹੈ ਕਿ ਕਾਵਾਂ ਦੇ ਰਾਹੀਂ ਪ੍ਰਭੂ ਉਸਨੂੰ ਖਿਲਾ ਲਿਆ। ਔਰ ਉਸ ਤੋਂ ਬਾਅਦ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਦੇਖਦੇ ਪਏ ਹਾਂ ਕਿ ਉਸ ਤੋਂ ਬਾਅਦ ਇੱਕ ਵਿਧਵਾ ਦੇ ਰਾਹੀਂ ਪ੍ਰਭੂ ਨੇ ਇੱਕ ਵੱਡਾ ਮਿਰਾਕਲ ਕੀਤਾ ਕਿ ਉਸਦੇ ਪੀਪੇ ਦੇ ਵਿੱਚੋਂ ਕਦੀ ਆਟਾ ਨਹੀਂ ਮੁੱਕਿਆ, ਕੁੱਪੀ ਚੋਂ ਤੇਲ ਨਹੀਂ ਮੁੱਕਿਆ। 2 ਸਾਲ ਉਹਨੇ ਉੱਥੇ ਖਾਧਾ। ਉਸ ਤੋਂ ਬਾਅਦ ਪ੍ਰਭੂ ਨੇ ਸਵਰਗ ਤੋਂ ਅੱਗ ਘੱਲੀ ਔਰ ਬਲੀ ਸਵੀਕਾਰ ਕੀਤੀ। ਔਰ ਪ੍ਰਭੂ ਦੇ ਐਡੇ ਵੱਡੇ ਕੰਮ ਕਰਨ ਵਾਲਾ ਬੰਦਾ ਵੀ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਉਹ ਵੀ ਥੱਕ ਸਕਦਾ, ਉਹ ਵੀ ਡਿਪਰੈਸ਼ਨ ਦੇ ਵਿੱਚ ਜਾ ਸਕਦਾ, ਜਿਸਨੇ ਪ੍ਰਭੂ ਨੂੰ ਇੰਨੀ ਨਜ਼ਦੀਕੀ ਦੇ ਨਾਲ ਦੇਖਿਆ, ਮਹਿਸੂਸ ਕੀਤਾ, ਉਹਦੀ ਛੋਹ ਮਹਿਸੂਸ ਕੀਤੀ। ਉਹਦੇ ਸਰੀਰ ਨੇ ਦੇਖਿਆ ਕਿ ਉਹ ਮੇਰੀ ਸਕਿਨ ਤੋਂ ਵੀ ਮੇਰੇ ਲਾਗੇ ਆ, ਮੇਰੇ ਹਰ ਸਾਹ ਦੇ ਵਿੱਚ ਜਿਸਨੇ ਉਸਨੂੰ ਸਮੈਲ ਕੀਤਾ। ਔਰ ਉਸਨੂੰ ਇਸ ਲਈ ਖਬਰ ਆਉਂਦੀ ਪਈ ਆ ਕਿ ਕੱਲ ਤੱਕ ਅਗਰ ਮੈਂ ਤੇਰਾ ਇਹ ਹਾਲ ਨਾ ਕਰਾਂ ਜੋ ਤੂੰ ਬਾਲ ਦੇ ਦੇਵਤੇ ਦੇ ਪੁਜਾਰੀਆਂ ਦਾ ਕੀਤਾ,
ਤੇ ਕੱਲ ਤੱਕ ਮੈਂ ਤੇਰਾ ਉਸ ਉਹੀ ਹਾਲ ਕਰੂੰਗੀ, ਉਹ ਤੋਂ ਵੀ ਬੁਰਾ ਹਾਲ ਕਰੂੰਗੀ। ਔਰ ਜਿਸ ਏਲੀਆ ਨੇ ਉਹ ਸੁਣਿਆ, ਤੇ ਅਸੀਂ ਸਭ ਤੋਂ ਪਹਿਲਾਂ ਇੱਥੇ ਦੇਖਦੇ ਪਏ ਏਲੀਆ ਦੀ ਜ਼ਿੰਦਗੀ 'ਚ ਡਰ, ਉਹ ਡਰ ਗਿਆ। ਉਹ ਡਰਿਆ ਨਹੀਂ, ਉਹ ਉੱਥੋਂ ਦੌੜ ਗਿਆ। ਔਰ ਪਿਛਲੀ ਵਾਰੀ ਅਸੀਂ ਮੈਪ ਦੇ ਵਿੱਚ ਦੇਖਿਆ ਕਿ ਉੱਥੋਂ ਸਿਰਫ ਇੰਨਾ ਹੀ ਨਹੀਂ ਕਿ ਇੰਨਾ ਦੌੜਾ, ਉਹ ਯਹੂਦਾ ਦੇ ਇਲਾਕੇ ਦੇ ਵਿੱਚ ਦੀ ਗਿਆ। ਅਸੀਂ ਦੇਖਦੇ ਪਏ ਹਾਂ ਕਿ ਉਹ ਇਸਰਾਇਲ ਤੋਂ ਸਾਰੇ ਯਹੂਦਾ ਦੇ ਇਲਾਕੇ ਦੀ ਵਿੱਚ ਦੀ ਹੁੰਦਾ ਹੋਇਆ ਗਿਆ। ਅਗਰ ਅਸੀਂ ਦੇਖੀਏ ਮੈਪ ਦੇਖੀਏ ਤਾਂ ਉਹ ਇੱਥੋਂ ਸਮਾਰੀਆ ਤੋਂ ਦੌੜ ਆਇਆ ਔਰ ਸਿੱਧਾ ਯਹੂਦਾ ਦੇ ਇਲਾਕੇ ਦੀ ਜਰੂਸਲਮ ਦੇ ਲਾਗੇ ਦੀ ਹੁੰਦਾ ਹੋਇਆ ਸਾਰੇ ਇਸ ਇਲਾਕੇ ਤੋਂ ਬੇਰਸ਼ਬਾ ਤੋਂ, ਔਰ ਇੱਥੇ ਆ ਕੇ ਉਸਨੇ ਆਪਣੇ ਨੌਕਰ ਨੂੰ ਵੀ ਛੱਡ ਦਿੱਤਾ ਔਰ ਆਪ ਉਹ ਉਸ ਤੋਂ ਗਾਂ ਜਿੱਥੇ ਅਦੋਮ ਦੀ ਧਰਤੀ ਤੇ ਹੁੰਦਾ ਹੋਇਆ, ਉਹ ਸਿੱਧਾ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਮੂਸਾ ਨੂੰ ਪ੍ਰਭੂ ਮਿਲਿਆ ਸੀਗਾ, ਜਿੱਥੋਂ 10 ਨਿਯਮ ਉਹਨਾਂ ਨੂੰ ਮਿਲੇ ਸੀਗੇ। ਉਹ ਮਾਊਂਟ ਸਾਇਨਾਈ ਤੇ ਪਹੁੰਚ ਗਿਆ। ਔਰ ਜਿਸ ਲਈ ਉਹ ਰਸਤੇ ਦੇ ਵਿੱਚ ਹਾਲੇ ਹੈਗਾ ਆ, ਰਸਤੇ ਦੇ ਵਿੱਚ ਜਾ ਰਿਹਾ, ਤੇ ਉਹ ਪ੍ਰਭੂ ਤੋਂ ਮੌਤ ਮੰਗਦਾ। ਪ੍ਰਭੂ ਇਹ ਬਹੁਤ ਹੋ ਗਿਆ, ਹੁਣ ਮੈਨੂੰ ਮੌਤ ਦੇ ਦੇ, ਆਮਦਾ। ਤੇ ਇਸ ਮਿੱਟੀ ਦੇ ਭਾਂਡੇ ਦਾ ਇਹ ਹਾਲ। ਪ੍ਰਭੂ ਨੇ ਇਸੇ ਕਰਕੇ ਸਾਡੀ ਸੰਭਾਲ ਦੇ ਲਈ ਪਵਿੱਤਰ ਆਤਮਾ ਸਾਨੂੰ ਦਿੱਤਾ ਹੈ। ਇਸੇ ਕਰਕੇ ਉਸਨੇ ਸਾਨੂੰ ਸੱਤੇ ਪਾਸਿਓਂ ਸੰਭਾਲਿਆ। ਜਿਸ ਵੇਲੇ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪੜ੍ਹਦੇ ਪਏ ਹਾਂ ਕਿ ਧਰਤੀ ਤੋਂ ਉਹ 7 ਆਤਮਾਵਾਂ ਜਿਹੜੀਆਂ ਘੱਲੀਆਂ ਸੀ, ਉਹ ਵਾਪਸ ਬੁਲਾ ਲਈਆਂ। 7 ਆਤਮਾਵਾਂ, ਉਹ ਪੁੱਛਦੇ ਕਾਹਦੇ ਵਾਸਤੇ 7 ਆਤਮਾਵਾਂ ਇੱਥੇ ਕਿਉਂ ਲਿਖੀਆਂ ਗਈਆਂ? ਅਸੀਂ ਤਾਂ ਪੜ੍ਹਦੇ ਹਾਂ ਕਿ ਪ੍ਰਭੂ ਦਾ ਇੱਕ ਆਤਮਾ ਹੈ। 7 ਹੁਣ ਤਾਂ ਬਹੁਤ ਕੁਛ ਕਰਨ ਲੱਗ ਪਏ, 7 ਆਤਮਾਵਾਂ ਦੇ ਨਾਮ ਵੀ ਲੱਗ ਪਏ ਸਾਰਾ ਕੁਛ, ਲੇਕਿਨ ਉਹ ਸਿੰਪਲ ਉਸਦੀ ਜਿਹੜੀ ਡੈਫੀਨੇਸ਼ਨ ਆ ਉਹ ਸਿਰਫ ਇੰਨੀ ਆ ਕਿ ਸਾਨੂੰ ਸੱਤੇ ਪਾਸੇ ਸੰਭਾਲ ਜਿਹੜੀ ਪ੍ਰਭੂ ਦੀ ਨਾਲ ਬਣੀ ਰਹੇ, ਕਿ ਸਾਨੂੰ ਅੱਗਿਓਂ ਸੰਭਾਲਦਾ, ਪਿੱਛੋਂ ਸੰਭਾਲਦਾ, ਸੱਜਿਓਂ ਸੰਭਾਲਦਾ, ਖੱਬਿਓਂ ਸੰਭਾਲਦਾ, ਉੱਪਰੋਂ ਔਰ ਪੈਰਾਂ ਦੇ ਥੱਲੇ ਵੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਰਸਤਾ ਮੈਂ, ਪੈਰਾਂ ਦੇ ਥੱਲਿਓਂ ਵੀ ਸੰਭਾਲਦਾ। ਔਰ ਫਿਰ ਵੀ ਇੰਨਾ 6 ਪਾਸੇ ਹੋਣ ਤੇ ਵੀ ਘੱਟ ਨਹੀਂ, ਅੰਦਰੋਂ ਫਿਰ ਸੰਭਾਲਦਾ, ਤੇ ਫਿਰ ਅਸੀਂ ਪ੍ਰਭੂ ਦੇ ਨਾਲ ਤੁਰ ਸਕਦੇ। It's all him. It's all him. ਉਹ ਤਾਂ ਇੰਨੀ ਸ਼ਕਤੀ ਆ ਗਈ ਕਿ ਘੋੜੇ ਤੋਂ ਵੀ ਤੇਜ਼ ਦੌੜਾ, ਕਿ ਪਤਾ ਨਹੀਂ ਜਿਸ ਲਈ ਮੈਂ ਸਮਾਰੀਆ ਦੇ ਵਿੱਚ ਪਹੁੰਚਣਾ ਆ ਤੇ ਉੱਥੇ ਜਾ ਕੇ ਪਤਾ ਨਹੀਂ ਕੀ ਹੋਣਾ, ਲੇਕਿਨ ਉਹ ਤੋਂ ਉਲਟ ਹੋਇਆ, ਉਹ ਤੋਂ ਉਲਟ ਹੋਇਆ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਦੇ ਕੋਲ ਆਇਆ ਔਰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ ਪਿਆ ਕਿ ਪ੍ਰਭੂ ਬਸ ਹੁਣ ਮੌਤ ਦੇ ਦੇ, ਔਰ ਇਹ ਕਹਿ ਕੇ ਉਹ ਸੌਂ ਗਿਆ ਉੱਥੇ। और प्रभु का एक फरिश्ता आया, उसने उसको रोटी दी, उसने पानी दिता, उसने क्यों उठ के खा। उसने ये भी नहीं देखा कि ऐदां दी बंजर धरती दे उत्ते ऐदां दे इलाके दे विच प्रभु दा फरिश्ता कित्थों आ गया। और मैं पिछली बार तुहानूं दस्सिया सी कि उत्थे इन्ना ड्राईनेस आ कि जिहड़े इजराइल और इजिप्ट दे विच लड़ाइयां होईयां, ਜਿਹੜੇ ਉਸ ਸਮੇਂ ਦੇ ਟੈਂਕ ਆ, ਉਸ ਸਮੇਂ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਪਈਆਂ ਉਦਾਂ ਹੀ ਪਈਆਂ, ਉਹਨਾਂ ਦਾ ਰੰਗ ਵੀ ਨਹੀਂ ਲੱਥਾ, ਉਹਨਾਂ ਨੂੰ ਜੰਗਾਲ ਵੀ ਨਹੀਂ ਲੱਗਾ। ਇੰਨਾ ਵੀ ਪਾਣੀ ਹੈ ਕਿ ਜੰਗਾਲ ਹੀ ਲੱਗ ਜਾਏ, ਉਹਨਾਂ ਨੂੰ ਜੰਗਾਲ ਵੀ ਨਹੀਂ ਲੱਗਾ। ਔਰ ਉੱਥੇ ਪ੍ਰਭੂ ਦਾ ਫਰਿਸ਼ਤਾ ਨੇ ਪਾਣੀ ਦੀ ਸੁਰਾਹੀ ਤੇ ਰੋਟੀ ਰੱਖੀ ਦਿੱਤੀ ਉਸਨੂੰ, ਔਰ ਉਸਨੇ ਰੋਟੀ ਖਾਧੀ, ਪਾਣੀ ਪੀਤਾ, ਫਿਰ ਸੌਂ। ਉਸਨੇ ਉਸਨੂੰ ਉਠਾਇਆ और क्या कि उठ ते खा। किद्दां दी रोटी उसनूं दित्ती होई कि 40 दिन उसनूं भुख नहीं लगी। ये अजीब चीज है कि हाले भी वो एक मिरेकल जी रहा। 40 दिन और 40 रातां वो तुरिया,
और प्रभु के पहाड़ ते पहुंच गया और उसनूं भुख नहीं लगी, उसनूं प्यास नहीं लगी। ठीक, सो हुण ओह माउंट साइनाई ਜਾਂ ਹੋਰ ਪਹਾੜ ਦੇ ਉੱਤੇ ਉਹ ਪਹੁੰਚ ਗਿਆ। ਉੱਥੇ ਗੁਫਾ ਦੇ ਵਿੱਚ ਮੈਂ ਤੁਹਾਨੂੰ ਜਿਸ ਲਈ ਆਪਣਾ ਖਤਮ ਹੋ ਤੁਹਾਨੂੰ ਮੈਂ ਗੁਫਾ ਦਿਖਾਉਣਾ, ਉਹ ਮੂਵੀ ਹੈ ਉਸ ਦੀ ਬਣੀ ਗੁਫਾ ਦੀ, ਤੁਹਾਨੂੰ ਮੈਂ ਦਿਖਾਉਣਾ ਬਾਅਦ ਦੇ ਵਿੱਚ। ਉਸ ਗੁਫਾ ਦੇ ਵਿੱਚ ਪਹੁੰਚ ਗਿਆ ਔਰ ਉੱਥੇ ਪ੍ਰਭੂ ਨੇ ਉਸਨੂੰ ਆਵਾਜ਼ ਦਿੱਤੀ, ਏਲੀਆ ਤੂੰ ਇੱਥੇ ਕੀ ਕਰਦਾ ਹੈ, ਤੂੰ ਇੱਥੇ ਕੀ ਕਰਦਾ। और उसने प्रभु दे अगे रोना रोया कि हे सर्वशक्तिमान प्रभु परमेश्वर, मैं हमेशा तेरे पिछे चलिया हाँ, पर इज़राइली लोगों ने तेरा नेम तोड़िया है अते तेरियां वेदियां ढा दित्तियां हन। उन्होंने तेरे सब नबियां नूं कतल कर दिता है, केवल मैं इकल्ला ही बचिया हाँ अते उन्होंने मैनू भी मारन की कोशिश की। और असीं देखिया सीगा कि ये गलत आ, पर असीं ये नहीं कह रहे कि वो झूठ बोलता पिया, उसकी हालत ही इदां दी है, इस समय उसनूं दिखाई इन्ना दिंदा पिया, इस वेले उसनूं इस तो ज्यादा कुछ नहीं दिखाई दिंदा पिया कि उन्होंने बेशक उसनूं पता सी, पिछे देखिया सीगा कि जिहड़ा सैनापति सीगा, जिहड़ा उत्थे दा राज प्रबंधक सीगा अहाब दा, उसने 100 नबी रखे सी, 50-50 करके उन्होंने रोटी खाण नूं दिंदा सी, पानी दिंदा सी, जो भी उन्हां दी जरूरतां सी पूरीआं करदा सी। और उसने इस एलिया नूं दस्सिया भी सीगा कि मैं इदां करना पिया। उसने कहा हाँ मैनूं पता तू इदां करदा पिया, लेकिन इस वेले उसदी हालत इस तरह दी है कि उसनूं इस तो अगे दिखाई नहीं दिंदा कि उन्होंने बुत प्रस्ती की, उन्होंने तेरे नेम नूं तोड़िया, तेरियां वेदियां तोड़ दित्तियां। और असीं देखिया सी कि एलिया ने प्रभु की टुटी हुई बेदी की मरम्मत की सी, उन्होंने तेरे सब नबियों नूं मारता और मैनूं भी मारन की कोशिश करते। तद प्रभु ने उसनूं कहा तू पहाड़ की चोटी ते जा अते मेरे सामने खड़ा हो। जदों वो उत्थे खड़ा सी तां प्रभु उसके सामने दी लग्या। और असीं ये दूसरी बारी बाइबल दे विच देखते हैं कि इस तो पहला प्रभु मूसा दे अग्गों दी लंघिया सी, और मूसा जिसलिए मूसा दे अग्गों दी प्रभु लंघिया सी तां मूसा दी हालत एक वखरी सी। सेम चीज हुई सी कि थले लोग बच्चे की पूजा करते पे सी जदों मूसा पहुंचा और उसने प्रभु का नेम जिहड़ियां नेम दियां 2 फट्टियां जिहड़ियां प्रभु ने अपने हाथ दे नाल कट्टियां, अपने हाथ दे नाल उस ते नेम लिखिया, 10 कमांडमेंट्स जिन्होंने असीं कहने आ वो लिख के दित्तियां और मूसा ने थल्ले आके तोड़ दित्तियां कि तुसीं इन्हां दे काबिल ही नहीं। और बेशक वो काबिल नहीं सी, बेशक वो काबिल नहीं सी, पर फिर भी प्रभु ने उसने कहा कि तू आ, मैं तेनों दोबारा दूंगा। तो प्रभु के मोहरे डिग पिया कि किदां तू परमेश्वर, इन्हां लोकां नूं तू आ जिहड़े लोक आ जिन्हां दे मूंह दे विच हाले मन्ना है और तेरा दिता होया पानी पींदे पए और बच्चे की पूजा करते पे, इन्हां लोकां दे लई तू कहंदा पिया। तो फिर उसने कहा सी कि मैनू तू अपनी महिमा दिखा। ना मूसा भी ये होई देखना चाहता सी कि प्रभु जिसले मोहरे दी लंघेगा ਉਹਦੇ ਨਾਲ एंजलां हजारां करोड़ां एंजल फरिश्ते ਉਹਦੇ ਨਾਲ ਨਾਲ ਦੀ ਲੰਘਣਗੇ, लेकिन नहीं, प्रभु ने उसनों अपनी दया अपनी कृपा अगर देखना मांगते हैं तो उत्थे प्रभु ने उसनों अपना नाम समझाया सी मैं कौन। सो 34वां भाग कूच दा पन्ना हैगा 129 128 तो असी देखा और कोई जना इसदियां पहलियां 9 आयतां पढ़ दे।
ਪੱਟੀਆਂ ਦਾ ਫਿਰ ਲਿਖਿਆ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫੇਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ, ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫਿਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫੇਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਅਤੇ ਨਾ ਹੀ ਇਸ ਦੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਤੱਕ ਚੁਗੇ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਈਆਂ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ੍ਹ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਮ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ, ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧ ਤੇ ਪਾਪ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਕੋਲੋਂ ਬਦਲਾ ਲੈਣ ਵਾਲਾ ਹੈ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਭਾਰ ਹੋ ਕੇ ਪ੍ਰਭੂ ਨੂੰ ਮੱਥਾ ਟੇਕਿਆ ਤੇ ਕਿਹਾ, ਪ੍ਰਭੂ, ਜੇਕਰ ਸੱਚਮੁੱਚ ਤੇਰੇ ਤੇ ਮੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ। ਬੇਸ਼ੱਕ ਅਸੀਂ ਹਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਸਾਨੂੰ ਆਪਣਾ ਵਿਰਸਾ ਬਣਾ ਲਾ। ਹੁਣ ਅਸੀਂ ਦੂਸਰੀ ਵਾਰੀ ਦੇਖਦੇ ਪਏ ਆ ਇਹ ਚੀਜ਼, ਔਰ ਇਹੋ ਹੀ ਚੀਜ਼ ਹੁਣ ਏਲੀਆ ਦੇ ਨਾਲ ਹੋ ਰਹੀ। ਏਲੀਆ ਇਸ ਵੇਲੇ ਉਸੇ ਪਹਾੜ ਦੇ ਉੱਤੇ ਆ, ਉਸੇ ਗੁਫਾ ਦੇ ਵਿੱਚ, ਔਰ ਪ੍ਰਭੂ ਉਸ ਤੇ ਮੋਰਿਓਂ ਦੀ ਲੰਘਿਆ। ਪਰ ਏਲੀਆ ਉੱਥੇ ਮਾਫੀ ਲੈਣ ਨਹੀਂ ਗਿਆ, ਏਲੀਆ ਸਜ਼ਾ ਮੰਗਣ ਗਿਆ ਹੈ ਲੋਕਾਂ ਦੇ ਲਈ। ਇਹ ਫਰਕ ਜਿਸ ਲਈ ਅਸੀਂ ਸਮਝਦੇ ਹਾਂ ਕਿ ਇਹ ਚੀਜ਼ਾਂ ਕਿਉਂ ਆਈਆਂ, ਇਹ ਕਿਉਂ ਹੋਇਆ। ਸੋ ਮੂਸਾ ਦੇ ਵਿੱਚ ਇਹ ਫਰਕ ਆ। ਮੂਸਾ ਨੂੰ ਜਿਸ ਲਈ ਉਸਨੇ ਦੱਸਿਆ ਕਿ ਤੂੰ ਉਦਾਂ ਦੀਆਂ ਹੀ 2 ਫੱਟੀਆਂ ਫੇਰ ਲੈ ਕੇ ਆ, ਮੈਂ ਇਹਨਾਂ ਨੂੰ ਮਾਫ ਕਰਦਾ, ਤੂੰ ਉਦਾਂ ਦੀਆਂ 2 ਫੱਟੀਆਂ ਲੈ ਕੇ ਆ, ਮੈਂ ਉਹਨਾਂ ਦੇ ਉੱਤੇ ਨੇਮ ਲਿਖ ਕੇ ਦਊਂਗਾ, ਪਰ ਹੁਣ ਤੈਨੂੰ ਬਣਾਉਣੀਆਂ ਪੈਣੀਆਂ। ਸਜ਼ਾ ਸਿਰਫ ਉਸਨੂੰ ਇੰਨੀ ਹੋਈ। ਐਂਡ ਇਟਸ ਨਾਟ ਈਜ਼ੀ। ਮੂਸਾ ਦੇ ਕੋਲ ਕਿਹੜੇ ਅੱਜ ਕੱਲ ਦੇ ਔਜ਼ਾਰ ਸੀਗੇ ਜਿਹੜੇ ਉਹ 5 ਮਿੰਟਾਂ 'ਚ ਬਣ ਗਈਆਂ। ਪਹਿਲਾਂ ਉਹਨੇ ਕੱਟੀਆਂ ਹੋਣਗੀਆਂ, ਫਿਰ ਉਹਨਾਂ ਨੂੰ ਪੱਧਰੇ ਕੀਤਾ ਹੋਊ, ਪਲੇਨ ਕੀਤਾ ਹੋਊ, ਤੇ ਨਾਲੇ ਯਾਦ ਕਰਦਾ ਹੋਊਗਾ ਵੀ ਇਹ ਸਜ਼ਾ ਕਿਉਂ ਮਿਲੀ, ਇਹ ਸਜ਼ਾ ਕਿਉਂ ਮਿਲੀ ਹੈ। ਇਹ ਸਜ਼ਾ ਇਸ ਕਰਕੇ ਮਿਲੀ ਕਿ ਮੇਰੀ ਗਲਤੀ ਦੇ ਕਰਕੇ ਮਿਲੀ ਹੈ। ਔਰ ਫਿਰ ਉਹਨਾਂ ਨੂੰ ਬਣਾ ਕੇ ਉੱਥੇ ਲੈ ਕੇ ਗਿਆ। ਔਰ ਮੂਸਾ ਜਿਹੜਾ ਸੀਗਾ ਉਹ ਕਿ ਤੂੰ ਇੰਨਾ ਮਾਫ ਕਰਨ ਵਾਲਾ ਪ੍ਰਭੂ, ਉਸ ਦੇ ਦਰਸ਼ਨ ਕਰਨ ਗਿਆ ਸੀ। ਤੂੰ ਕਿੱਦਾਂ ਦਾ ਪ੍ਰਭੂ। ਸੋ ਸਾਨੂੰ ਉੱਥੇ, ਸਿਰਫ ਉੱਥੇ ਸਾਨੂੰ ਇਹ ਪਤਾ ਲੱਗਦਾ, ਇਸ ਹਿੱਸੇ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਕੌਣ ਆ, who he is। ਉਹ ਦਿਆਲੂ, ਕਿਰਪਾਲੂ, ਗੁੱਸਾ ਕਰਨ 'ਚ ਮੱਠਾ, ਪਾਪਾਂ ਨੂੰ ਮਾਫ ਕਰਨ ਵਾਲਾ ਪ੍ਰਭੂ ਪਰਮੇਸ਼ਰ। ਅਸੀਂ ਉੱਥੇ ਦੇਖਦੇ ਪਏ, ਉੱਥੇ ਸਾਨੂੰ ਪ੍ਰਭੂ ਦੀ ਨੇਚਰ ਉਸਦੇ ਆਪਣੇ ਮੂੰਹੋਂ ਪਤਾ ਲੱਗਦੀ ਪਈ ਆ ਕਿ ਉਹ ਕੌਣ। ਸੋ ਸਾਨੂੰ ਕੁਝ ਜਿਸ ਤਰ੍ਹਾਂ ਧਰਤੀ ਤੋਂ ਨਹੀਂ ਕੋਈ ਕਹਿ ਰਿਹਾ ਕਿ ਉਹ ਇੱਕ ਓਂਕਾਰ ਆ, ਉਹ ਸਤਨਾਮ, ਉਹ ਕਰਤਾ ਪੁਰਖ, ਨਹੀਂ, ਉਹ ਆਪ ਕਹਿ ਰਿਹਾ। ਐਂਡ ਦੇयर इज अ ਬਿਗ ਡਿਫਰੈਂਸ। ਜਿਸ ਲਈ ਪ੍ਰਭੂ ਆਪ ਕਹਿ ਰਿਹਾ ਔਰ ਥੱਲਿਓਂ ਕੋਈ ਨਬੀ ਕਹਿ ਰਿਹਾ, 2 ਵੱਖਰੀਆਂ ਚੀਜ਼ਾਂ। ਪਰ ਉੱਥੇ ਸਾਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦਿੰਦੀ ਹੈ। ਏਲੀਆ ਬਿਲਕੁਲ ਵੱਖਰੇ ਕਿਸਮ ਦੇ ਵਿੱਚ ਗਿਆ ਸੀ। ਏਲੀਆ ਨੇ ਕਹਿੰਦਾ ਸੀ ਕਿ ਮੈਂ ਕੱਲਾ ਬਚ ਗਿਆ, ਪਰ ਮੈਂ ਕੱਲਾ ਬਚ ਕੇ ਤੇਰੇ ਕੋਲ ਪਹੁੰਚ ਗਿਆ। ਹੁਣ ਉਹਨਾਂ ਨੇ ਤੇਰਾ ਨੇਮ ਤੋੜਿਆ, ਉਹਨਾਂ ਨੇ ਤੇਰੀਆਂ ਬੇਦੀਆਂ ਢਾਈਆਂ, ਉਹਨਾਂ ਨੇ ਤੇਰੇ ਨਬੀਆਂ ਨੂੰ ਕਤਲ ਕੀਤਾ। ਹੁਣ ਤੂੰ ਜਾਣੇ ਜਾਂ ਉਹ ਜਾਣਨ, ਜੋ ਤੂੰ ਕਰਨਾ ਕਰ ਲੈ। ਸੋ ਪ੍ਰਭੂ ਉਸਦੇ ਮੋਹਰਿਓਂ ਦੀ ਲੰਘਿਆ, ਔਰ ਜਿਸ ਲਈ ਪ੍ਰਭੂ ਉਸਦੇ ਮੋਹਰਿਓਂ ਦੀ ਲੰਘਦਾ ਪਿਆ, ਹੁਣ ਏਲੀਆ ਜੋ ਕਹਿੰਦਾ ਪਿਆ ਨਾ, ਜੋ ਏਲੀਆ ਦੇ ਦਿਲ ਦੇ ਵਿੱਚ ਹੈ ਕਿ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ, ਉਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ, ਉਹ 3 ਚੀਜ਼ਾਂ ਵਾਪਰਦੀਆਂ ਪਈਆਂ।
ਏਲੀਆ ਇਹ ਬਿਲਕੁਲ ਇਹੋ ਹੀ ਚਾਹੁੰਦਾ ਪਿਆ ਕਿ ਜਦੋਂ ਪ੍ਰਭੂ ਉਸਦੇ ਸਾਹਮਣੇ ਦੀ ਲੰਘਿਆ ਪਿਆ, ਉੱਥੇ ਹਨੇਰੀਆਂ ਆਉਣ, ਲੋਕ ਜਿੱਦਾਂ ਭਿਆਨਕ ਹਨੇਰੀਆਂ ਆਉਣ, ਉਸਦੇ ਨਾਲ ਲੋਕ ਉਹਨਾਂ ਦੇ ਘਰ ਢੱਠ ਜਾਣ, ਉਹ ਮਾਰੇ ਜਾਣ, ਭੁਚਾਲ ਆਉਣ, ਪ੍ਰਭੂ ਲੈ ਕੇ ਆਏ, ਪ੍ਰਭੂ ਆਪਣੀ ਅੱਗ ਉਹਨਾਂ ਦੇ ਉੱਤੇ ਬਰਾਏ, ਪ੍ਰਭੂ ਉਹਨਾਂ ਦੇ ਉੱਤੇ ਆਪਣੀ ਅੱਗ ਬਰਾਏ। ਸੋ ਜਿਸ ਵੇਲੇ ਉਸਨੇ ਦੇਖਿਆ ਕਿ ਪ੍ਰਭੂ ਉਹਦੇ ਉਸਤੇ ਅੱਗੇ ਦੀ ਲੰਘਦਾ ਪਿਆ ਤੇ ਹਨੇਰੀ ਆਈ ਆ, ਪਰ ਪ੍ਰਭੂ ਉਸਦੇ ਵਿੱਚ ਵੀ ਨਹੀਂ ਉਸਨੂੰ ਦਿਸੇ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਭੁਚਾਲ ਆਇਆ ਔਰ ਪ੍ਰਭੂ ਉਸਨੂੰ ਉਸਦੇ ਵਿੱਚ ਵੀ ਨਹੀਂ ਦਿਸੇ। ਔਰ ਫਿਰ ਅੱਗ ਆਈ ਹੈ ਜਿਸ ਦੇ ਨਾਲ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਪਈਆਂ। ਕਹਿੰਦਾ ਜਦੋਂ ਉਹ ਉੱਥੇ ਖੜਾ ਸੀ, ਮੈਂ 11 ਆਇਤ ਤੋਂ ਲੱਗਾ ਪੜਨ, ਤਦ ਪ੍ਰਭੂ ਨੇ ਉਸਨੂੰ ਕਿਹਾ ਕਿ ਤੂੰ ਪਹਾੜ ਦੀ ਚੋਟੀ ਤੇ ਜਾ ਤੇ ਮੇਰੇ ਸਾਹਮਣੇ ਖੜਾ ਹੋ। ਜਦੋਂ ਉਹ ਉੱਥੇ ਖੜਾ ਸੀ ਤਾਂ ਪ੍ਰਭੂ ਉਸਦੇ ਸਾਹਮਣੇ ਦੀ ਲੰਘਿਆ। ਉਸਨੇ ਇੱਕ ਭਿਅੰਕਰ ਹਨੇਰੀ ਕੱਲੀ ਜਿਸ ਦੇ ਨਾਲ ਪਹਾੜ ਪਾਟ ਗਏ, ਚਟਾਨਾਂ ਤਿੜਕ ਗਈਆਂ, ਪਰ ਪ੍ਰਭੂ ਉਸ ਹਨੇਰੀ ਵਿੱਚ ਨਹੀਂ ਸੀ। ਹਨੇਰੀ ਪਿੱਛੋਂ ਭੁਚਾਲ ਆਇਆ ਪਰ ਪ੍ਰਭੂ ਉਸ ਭੁਚਾਲ ਵਿੱਚ ਨਹੀਂ ਸੀ। ਭੁਚਾਲ ਦੇ ਪਿੱਛੋਂ ਅੱਗ ਆਈ ਔਰ ਪ੍ਰਭੂ ਉਸ ਅੱਗ ਦੇ ਵਿੱਚ ਵੀ ਨਹੀਂ ਸੀ। ਹਾਂ, ਅੱਗ ਤੋਂ ਬਾਅਦ ਸ਼ਾਂਤ ਆਵਾਜ਼ ਆਈ, ਸ਼ਾਂਤ ਆਵਾਜ਼ ਆਈ। ਸਾਡੇ ਸਵਾਲਾਂ ਦੇ ਜਵਾਬ ਪ੍ਰਭੂ ਉਸ ਤਰੀਕੇ ਦੇ ਨਾਲ ਨਹੀਂ ਦਿੰਦਾ ਜਿਸ ਤਰੀਕੇ ਦੇ ਨਾਲ ਅਸੀਂ ਮੰਗ ਰਹੇ ਹਾਂ। ਯਾਦ ਰੱਖੋ, ਉਹ ਪ੍ਰਭੂ ਆ, ਅਸੀਂ ਨਹੀਂ। He is God। ਜੋ ਸਾਡਿਆਂ ਤਰੀਕਿਆਂ ਦੇ ਨਾਲ ਕੰਮ ਕਰੇ ਤਾਂ ਫਿਰ ਅਸੀਂ ਗਾਡ। ਫਿਰ ਉਹ ਜਿੱਦਾਂ ਉਹ ਭਗਤ ਦੇ ਹੱਥ ਵਿੱਚ ਭਗਵਾਨ ਆ ਗਿਆ, ਭਗਤ ਦੇ ਵਸ ਦੇ ਵਿੱਚ ਭਗਵਾਨ ਆ ਗਿਆ। ਅਸੀਂ ਜਿਸ ਪ੍ਰਭੂ ਦੇ ਉੱਤੇ ਭਰੋਸਾ ਕਰਦੇ ਹਾਂ ਉਹ ਕਿਸੇ ਦੇ ਵਸ ਦੇ ਵਿੱਚ ਨਹੀਂ। ਭਗਤ ਦੇ ਵਸ ਦੇ ਵਿੱਚ ਤੇ ਭਗਵਾਨ ਨਹੀਂ ਹੁੰਦਾ। ਪਰਮੇਸ਼ਵਰ ਔਰ ਅਸੀਂ ਉਸਦੇ ਲੋਕ। ਔਰ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਗੁਰੂ ਪ੍ਰਸਤੀ ਕਿਉਂ ਨਹੀਂ ਕਰਦੇ, ਅਸੀਂ ਨਵੀਆਂ ਦੀ ਪ੍ਰਸਤਿਸ਼ ਕਿਉਂ ਨਹੀਂ ਕਰਦੇ, ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਦਿਖਾਉਂਦਾ ਕਿ ਇਹ ਨਬੀ ਵੀ ਜਿਹੜੇ ਪ੍ਰਭੂ ਦੇ ਹੋਏ ਆ ਉਹ ਵੀ ਇੱਕ ਇਨਸਾਨ, ਇਸ ਤੋਂ ਇਲਾਵਾ ਕੁਛ ਨਹੀਂ। ਹੁਣ ਅਗਰ ਅਲਾਇਜਾ ਦੇ ਤਰੀਕੇ ਦੇ ਨਾਲ ਪ੍ਰਭੂ ਚੱਲੇ, ਜੋ ਅਲਾਇਜਾ ਪ੍ਰਭੂ ਤੋਂ ਮੰਗਦਾ ਪਿਆ, ਜੋ ਉਹਦੇ ਦਿਲ ਦੇ ਵਿੱਚ ਆ, ਤੇ ਇਜ਼ਰਾਈਲੀਆਂ ਦਾ ਨਾਸ਼ ਹੈ। ਲੇਕਿਨ ਪ੍ਰਭੂ ਨੇ ਉਸਨੂੰ ਇਹ ਦਿਖਾਇਆ ਕਿ ਮੈਂ ਨਾਸ਼ ਨਹੀਂ ਕਰਦਾ, ਮੈਂ ਬਚਾਉਣ ਵਾਲਾ ਪ੍ਰਭੂ, ਮੈਂ ਬਚਾਉਣਾ ਹੈ, ਮੈਂ ਨਾਸ਼ ਨਹੀਂ ਕਰਦਾ। ਨਾਸ਼ ਤੁਸੀਂ ਆਪਣਾ ਆਪੇ ਕਰ ਲੈਂਦੇ। ਔਰ ਫਿਰ ਇੱਕ ਮਿੰਨੀ ਜਿਹੀ ਹਲਕੀ ਜਿਹੀ ਆਵਾਜ਼ ਆਈ, ਔਰ ਜਿਸ ਵੇਲੇ ਅਲਾਇਜਾ ਨੇ ਉਹ ਆਵਾਜ਼ ਸੁਣੀ ਤੇ ਹੁਣ ਉਸਨੂੰ ਪਤਾ ਲੱਗ ਗਿਆ। ਉਸ ਮਿੰਨੀ ਜਿਹੀ ਆਵਾਜ਼ ਦੇ ਵਿੱਚੋਂ ਪ੍ਰਭੂ ਨੇ ਉਸਨੂੰ ਉਹ ਹੀ ਸਵਾਲ ਪੁੱਛਿਆ ਜਿਹੜਾ ਪਹਿਲਾਂ ਪੁੱਛਿਆ ਸੀ, ਅਲਾਇਜਾ ਤੂੰ ਇੱਥੇ ਕੀ ਕਰਦਾ, ਤੂੰ ਇੱਥੇ ਕੀ ਕਰਦਾ? ਔਰ ਅਲਾਇਜਾ ਨੇ ਉਹ ਹੀ ਜਵਾਬ ਪ੍ਰਭੂ ਨੂੰ ਦਿੱਤਾ। ਅਲਾਇਜਾ ਨੇ ਉੱਤਰ ਦਿੱਤਾ, ਹੈ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ ਹਾਂ, ਪਰ ਇਜ਼ਰਾਈਲੀ ਲੋਕਾਂ ਨੇ ਤੇਰੇ ਨੇਮ ਨੂੰ ਤੋੜਿਆ ਹੈ ਅਤੇ ਤੇਰੀਆਂ ਵੇਦੀਆਂ ਢਾ ਦਿੱਤੀਆਂ ਹਨ। ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪ੍ਰਭੂ ਨੇ ਉਸਨੂੰ ਕੀ ਜਵਾਬ ਦਿੱਤਾ, ਆਓ ਅਸੀਂ 15 ਆਇਤ ਤੋਂ ਅੱਗੇ ਦੇਖਦੇ ਹਾਂ। 15 ਆਇਤ ਤੋਂ ਲੈ ਕੇ ਕੁਝ ਚੈਪਟਰ ਦੇ ਐਂਡ ਤੱਕ ਇਸ ਨੂੰ ਪੜ੍ਹਦੇ, ਜਿਸ ਨੂੰ मैं पढ़ती हूँ। Go ahead, एलिया ने उत्तर दिता, हे सर्वशक्तिमान प्रभु परमेश्वर, मैं हमेशा तेरे पीछे चलिया हाँ,
ਪਰ ਇਸਰਾਇਲੀ ਲੋਕਾਂ ਨੇ ਤੇਰੇ ਨੇਮ ਨੂੰ ਤੋੜਿਆ ਅਤੇ ਤੇਰੀਆਂ ਵੇਦੀਆਂ ਢਾਹ ਦਿੱਤੀਆਂ ਹਨ। ਕੇਵਲ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਵਾਪਸ ਦਮਿਸ਼ਕ ਦੀ ਉਜਾੜ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਦਾ ਅਭਿਸ਼ੇਕ ਅਰਾਮ ਦਾ ਰਾਜਾ ਹੋਣ ਲਈ ਕਰ। ਨਿਮਸ਼ੀ ਦੇ ਪੁੱਤਰ ਯੇਹੂ ਦਾ ਅਭਿਸ਼ੇਕ ਇਸਰਾਇਲ ਦਾ ਰਾਜਾ ਹੋਣ ਲਈ ਕਰ ਅਤੇ ਆਬੇਲ ਮਹੋਲਾ ਨਿਵਾਸੀ ਸ਼ਫਾਟ ਦੇ ਪੁੱਤਰ ਐਲੀਸ਼ਾ ਦਾ ਅਭਿਸ਼ੇਕ ਆਪਣੀ ਥਾਂ ਨਬੀ ਹੋਣ ਦੇ ਲਈ ਕਰ। ਇਹ ਹੋਣ ਤੇ ਜੋ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਯੇਹੂ ਦੁਆਰਾ ਮਾਰਿਆ ਜਾਵੇਗਾ ਅਤੇ ਜੋ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਐਲੀਸ਼ਾ ਦੁਆਰਾ ਮਾਰਿਆ ਜਾਵੇਗਾ। ਮੈਂ ਆਪਣੇ ਲਈ 7,000 ਲੋਕ ਇਸਰਾਇਲ ਵਿੱਚ ਵਿਚਾਰ ਰੱਖੇ ਹਨ ਜੋ ਮੇਰੇ ਵਫਾਦਾਰ ਰਹੇ ਹਨ ਅਤੇ ਉਹਨਾਂ ਦਾ ਸਿਰ ਨਾ ਬਾਲ ਅੱਗੇ ਨੀਵਿਆ ਹੈ ਅਤੇ ਨਾ ਉਹਨਾਂ ਨੇ ਉਸ ਦੇ ਬੁੱਤ ਨੂੰ ਚੁੰਮਿਆ ਹੈ। ਅੱਗੇ ਵੀ ਪੜ੍ਹਨਾ? ਹਾਂਜੀ ਪੜ੍ਹਦੇ, ਇਹਨੂੰ ਅੱਜ ਤੱਕ ਪੜ੍ਹਦੇ ਚੈਪਟਰ। ਅਲੀਸ਼ਾ ਦੀ ਬੁਲਾਹਟ। ਸੋ ਏਲੀਆ ਉਥੋਂ ਚੱਲ ਪਿਆ ਅਤੇ ਉਸਨੇ ਸ਼ਫਾਟ ਦੇ ਪੁੱਤਰ ਅਲੀਸ਼ਾ ਨੂੰ 12 ਹੱਲਾਂ ਦੇ ਨਾਲ ਦੇਖਿਆ, ਜਿਨ੍ਹਾਂ ਵਿੱਚੋਂ 12ਵੀਂ ਜੋਗ ਦੇ ਪਿੱਛੇ ਅਲੀਸ਼ਾ ਆਪ ਚੱਲ ਰਿਹਾ ਸੀ। ਤਦ ਏਲੀਆ ਨੇ ਆਪਣੀ ਚਾਦਰ ਲਾ ਕੇ ਅਲੀਸ਼ਾ ਦੇ ਉੱਤੇ ਪਾ ਦਿੱਤੀ। ਅਲੀਸ਼ਾ ਨੇ ਤੁਰੰਤ ਆਪਣਾ ਹਲ ਛੱਡ ਦਿੱਤਾ ਅਤੇ ਉਹ ਦੌੜ ਕੇ ਏਲੀਆ ਦੇ ਕੋਲ ਗਿਆ ਅਤੇ ਬੋਲਿਆ, ਮੈਨੂੰ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲ ਆਉਣ ਦਿਓ ਤਾਂ ਮੈਂ ਵਾਪਸ ਆ ਕੇ ਤੁਹਾਡੇ ਪਿੱਛੇ ਚੱਲਾਂਗਾ। ਏਲੀਆ ਨੇ ਉੱਤਰ ਦਿੱਤਾ, ਠੀਕ ਹੈ, ਜਾ, ਮੈਂ ਤੈਨੂੰ ਕੁਝ ਨਹੀਂ ਆਖਦਾ। ਸੋ ਏਲੀਆ ਨੇ ਜਾ ਕੇ ਆਪਣੇ ਬਲਦਾਂ ਦੀ ਜੋਗ ਵੱਢੀ ਅਤੇ ਉਹਨਾਂ ਦਾ ਮਾਂਸ ਪਕਾਇਆ। ਉਸਨੇ ਹਲ ਤੇ ਜੂਲੇ ਦੀ ਲੱਕੜੀ ਬਾਲਣ ਦੇ ਤੌਰ ਤੇ ਵਰਤੀ। ਉਸ ਨੇ ਮਾਂਸ ਪਕਾ ਕੇ ਲੋਕਾਂ ਨੂੰ ਖਾਣ ਲਈ ਦਿੱਤਾ ਅਤੇ ਲੋਕਾਂ ਨੇ ਖਾਧਾ। ਫਿਰ ਉਹ ਵਾਪਸ ਏਲੀਆ ਕੋਲ ਗਿਆ ਅਤੇ ਉਸ ਦੀ ਸੇਵਾ ਕਰਨ ਲੱਗਾ। ਤਾਂ ਹੁਣ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣੀ ਮੰਗਦਾ ਕਿ ਪ੍ਰਭੂ ਏਲੀਆ ਦੇ ਮੋਰਿਓਂ ਦੀ ਵੀ ਲੰਘਿਆ ਔਰ ਪ੍ਰਭੂ ਮੂਸਾ ਦੇ ਮੋਰ ਦੀ ਵੀ ਲੰਘਿਆ। ਮੇਰੇ ਨਾਲ ਮੱਤੀ ਦੇ 17ਵੇਂ ਭਾਗ ਦੇ ਵਿੱਚ ਆ ਜਾਓ। ਨਵੇਂ ਨਿਯਮ ਦਾ ਪੰਨਾ 33। ਔਰ ਉਸ ਦੀਆਂ ਅਸੀਂ ਪਹਿਲੀਆਂ 8 ਆਇਤਾਂ ਹੀ ਪੜਾਂਗੇ। ਜੀ। ਪ੍ਰਭੂ ਯਿਸੂ ਦਾ ਤੇਜਸਵੀ ਰੂਪ। 6 ਦਿਨਾਂ ਪਿੱਛੋਂ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸਦੇ ਭਰਾ ਯੋਹੰਨਾ ਨੂੰ ਲੈ ਕੇ ਇਕਾਂਤ ਵਿੱਚ ਇੱਕ ਉੱਚੇ ਪਹਾੜ ਉੱਤੇ ਗਏ। ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ। ਯਿਸੂ ਦੇ ਮੂੰਹ ਦਾ ਰੂਪ ਸੂਰਜ ਦੀ ਤਰ੍ਹਾਂ ਚਮਕੀਲਾ ਅਤੇ ਕੱਪੜੇ ਬਿਜਲੀ ਦੀ ਤਰ੍ਹਾਂ ਚਿੱਟੇ ਹੋ ਗਏ। ਉਹਨਾਂ ਤਿੰਨਾਂ ਚੇਲਿਆਂ ਨੇ ਏਲੀਆ ਅਤੇ ਮੂਸਾ ਨੂੰ ਯਿਸੂ ਨਾਲ ਗੱਲਾਂ ਕਰਦੇ ਦੇਖਿਆ। ਇਸ ਉੱਤੇ ਪਤਰਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇਕਰ ਤੁਸੀਂ ਚਾਹੋ ਤਾਂ ਮੈਂ 3 ਡੇਰੇ ਬਣਾਉਂਦਾ ਹਾਂ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਹਨਾਂ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ। ਜਦੋਂ ਚੇਲਿਆਂ ਨੇ ਇਹ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਅਤੇ ਧਰਤੀ ਉੱਤੇ ਮੂਧੇ ਮੂੰਹ ਡਿੱਗ ਪਏ। ਪਰ ਯਿਸੂ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਛੂਹਿਆ ਅਤੇ ਕਿਹਾ, ਉੱਠੋ, ਡਰੋ ਨਹੀਂ। ਇਹ ਸੁਣ ਕੇ ਤਿੰਨਾਂ ਚੇਲਿਆਂ ਨੇ ਉੱਪਰ ਦੇਖਿਆ ਤਾਂ ਉੱਥੇ ਯਿਸੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖਿਆ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਇਹਨਾਂ ਦੋਨਾਂ ਨੇ ਪ੍ਰਭੂ ਦਾ ਤੇਜਸਵੀ ਰੂਪ ਵੀ ਦੇਖੇ। ਇਹ ਦੋਨੋਂ, ਇੱਕ ਪ੍ਰਭੂ ਦੇ ਸੱਜੇ ਹੱਥ ਖੜਾ, ਇੱਕ ਪ੍ਰਭੂ ਦੇ ਖੱਬੇ ਹੱਥ ਖੜਾ, ਏਲੀਆ ਤੇ ਮੂਸਾ। ਔਰ ਚੇਲੇ ਪ੍ਰਭੂ ਦੀ ਇਹ ਚੀਜ਼ ਤੇ ਇਹ ਸਭ ਕੁਝ ਚੇਲੇ ਉਹਨਾਂ ਦੀਆਂ ਅੱਖਾਂ ਦੇਖ ਰਹੀਆਂ, ਉਹਨਾਂ ਦੀਆਂ ਅੱਖਾਂ ਇਹ ਦੇਖ ਰਹੀਆਂ। ਸੋ ਅਸੀਂ ਜਿਸ ਵੇਲੇ ਹੁਣ ਵਾਪਸ ਆਉਂਦੇ ਹਾਂ ਤਾਂ ਉਸਨੇ ਉਹੀ ਚੀਜ਼ ਪ੍ਰਭੂ ਦੇ ਅੱਗੇ ਫਿਰ ਰੱਖੀ ਹੈ ਏਲੀਆ ਨੇ ਕਿ ਸਰਵ ਸ਼ਕਤੀਮਾਨ ਪ੍ਰਭੂ, ਮੈਂ ਤੇਰੇ ਪਿੱਛੇ ਚੱਲਿਆ, ਇਜ਼ਰਾਈਲੀਆਂ ਨੇ ਤੇਰੇ ਨੇਮ ਨੂੰ ਤੋੜਿਆ, ਉਹਨਾਂ ਨੇ ਤੇਰੀਆਂ ਬੇਦੀਆਂ ਨੂੰ ਢਾ ਦਿੱਤਾ ਔਰ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਸੀ,
ਔਰ ਉਹਨਾਂ ਨੇ ਪਰ ਤੇਰੇ ਨਵੀਆਂ ਨੂੰ ਮਾਰ ਦਿੱਤਾ ਔਰ ਮੈਨੂੰ ਵੀ ਮਾਰਨਾ ਚਾਹੁੰਦੇ ਸੀ। ਲੇਕਿਨ ਪ੍ਰਭੂ ਨੇ ਉਸਨੂੰ ਉਹਦੀ ਗੱਲ ਦਾ ਜਵਾਬ ਨਹੀਂ ਦਿੱਤਾ। ਪ੍ਰਭੂ ਨੇ ਉਹੀ ਚੀਜ਼ ਹੈ ਕਿ ਤੂੰ ਇੱਥੇ ਕੀ ਕਰਦਾ ਪਿਆ। ਉਸਨੇ ਕਿਹਾ ਕਿ ਤੂੰ ਹੁਣ ਵਾਪਸ ਜਾ, ਤੂੰ ਹੁਣ ਵਾਪਸ ਜਾ ਔਰ ਜਾ ਕੇ ਹਜੇਲ ਦਾ ਅਭਿਸ਼ੇਕ ਆਰਾਮ ਦਾ ਰਾਜਾ ਹੋਣ ਦੇ ਲਈ ਕਰ। ਸੋ ਉਸ ਇਲਾਕੇ ਦੇ ਜਿਹੜੇ ਆਲੇ ਦੁਆਲੇ ਦੇ ਰਾਜ ਆ ਉਹਨਾਂ ਦੀ ਗੱਲ ਹੋ ਰਹੀ ਹੈ। ਉਹ ਮੈਂ ਤੁਹਾਨੂੰ ਦਿਖਾਉਣਾ ਕਿ ਆਰਾਮ ਸਾਰਾ ਕਿੱਧਰਲੇ ਪਾਸੇ। ਹਜੇਲ ਦਾ ਜਿਹੜਾ ਅਭਿਸ਼ੇਕ ਆ ਆਰਾਮ ਦਾ ਰਾਜਾ ਹੋਣ ਦੇ ਲਈ ਅਤੇ ਨਿਮਸ਼ੀ ਦੇ ਪੁੱਤਰ ਯੇਹੂ ਦਾ ਅਭਿਸ਼ੇਕ ਇਜ਼ਰਾਈਲ ਦਾ ਰਾਜਾ ਹੋਣ ਦੇ ਲਈ ਕਰ ਅਤੇ ਅਬੇਲ ਮਲਾਲੇ ਨਿਵਾਸੀ ਦੇ ਸ਼ਫਾਟ ਦੇ ਪੁੱਤਰ ਅਲੀਸ਼ਾ ਦਾ ਅਭਿਸ਼ੇਕ ਆਪਣੀ ਜਗ੍ਹਾ ਤੇ ਨਬੀ ਹੋਣ ਦੇ ਲਈ ਕਰ। ਔਰ ਫਿਰ ਉਸਨੂੰ ਆਉਣ ਵਾਲੀ ਚੀਜ਼ ਵੀ ਉਸਨੇ ਦਿਖਾ ਦਿੱਤੀ ਕਿ ਅਹਾਬ ਦਾ ਕੀ ਹਾਲ ਹੋਏਗਾ ਔਰ ਉਸ ਤੋਂ ਬਾਅਦ ਅਗਲੇ ਜਿਹੜੇ ਨਿਵਾਸੀ ਉਹਨਾਂ ਦਾ ਕੀ ਹੋਏਗਾ। ਅਤੇ ਇਹ ਹੋਣ ਤੇ ਹਜੇਲ ਦੀ ਤਲਵਾਰ ਤੋਂ ਜੋ ਹਜੇਲ ਦੀ ਤਲਵਾਰ ਤੋਂ ਬਚੇਗਾ ਉਹ ਯੇਹੂ ਦੇ ਦੁਆਰਾ ਮਾਰਿਆ ਜਾਵੇਗਾ, ਜੋ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਅਲੀਸ਼ਾ ਦੁਆਰਾ ਮਾਰਿਆ ਜਾਵੇਗਾ। ਮੈਂ ਆਪਣੇ ਲਈ 7000 ਲੋਕ ਇਜ਼ਰਾਈਲ ਦੇ ਵਿੱਚ ਬਚਾ ਕੇ ਰੱਖੇ ਹਨ। ਸੋ ਸਾਡੇ ਵਿਸ਼ਵਾਸ ਨੂੰ ਕੌਣ ਬਚਾ ਕੇ ਰੱਖਦਾ, ਇਹ ਇੱਥੇ ਦੇਖਣ ਵਾਲੀ ਚੀਜ਼ ਆ। ਮੈਂ ਆਪਣੇ ਲਈ 7000 ਲੋਕ ਬਚਾ ਕੇ ਰੱਖੇ ਹਨ, ਜਿਨ੍ਹਾਂ ਨੇ ਨਾ ਤਾਂ ਉਸ ਬੁੱਤ ਨੂੰ ਚੁੰਮਿਆ ਔਰ ਨਾ ਉਸ ਦੇ ਮੂਹਰੇ ਉਹ ਝੁਕੇ। ਸੋ ਤੂੰ ਜਾ, ਤੈਨੂੰ ਜਿਸ ਕੰਮ ਦੇ ਲਈ ਮੈਂ ਚੁਣਿਆ ਤੂੰ ਉਹ ਕੰਮ ਕਰ। ਪ੍ਰਭੂ ਨੇ ਸਾਡੇ ਲਈ ਬੜੇ ਅਲੱਗ-ਅਲੱਗ ਕੰਮ ਰੱਖੇ ਹੁੰਦੇ ਆ। ਪ੍ਰਭੂ ਸਾਡਿਆਂ ਸਵਾਲਾਂ 'ਚ ਨਹੀਂ ਘਿਰਦਾ, ਅਸੀਂ ਆਪਣੇ ਸਵਾਲਾਂ 'ਚ ਘਿਰ ਜਾਂਦੇ ਹਾਂ। ਅਸੀਂ ਆਪਣੇ ਸਵਾਲਾਂ ਦੇ ਵਿੱਚ ਆਪਣੇ ਆਪ ਨੂੰ ਘੇਰ ਰੱਖਦੇ ਹਾਂ। ਲੇਕਿਨ ਪ੍ਰਭੂ ਨੇ ਆਪਣੀ ਬਰਕਤ ਕਿਤੇ ਜ਼ਿਆਦਾ ਰੱਖੀ ਹੁੰਦੀ ਹੈ। ਸਾਰੇ ਸਵਾਲਾਂ ਦੇ ਉਹ ਜਵਾਬ ਨਹੀਂ ਦਿੰਦਾ। ਉਹ ਚਾਹੇ ਤਾਂ ਇੱਕ ਵੀ ਸਵਾਲ ਦਾ ਜਵਾਬ ਨਾ ਦੇਵੇ, ਉਹ ਪਰਮੇਸ਼ਵਰ ਹੈ। ਅਸੀਂ ਪਰ ਇਹਨਾਂ ਹਾਲਾਤਾਂ ਦੇ ਵਿੱਚ ਉਸਨੇ ਸਾਨੂੰ ਜਿਹੜਾ ਕੰਮ ਲੈਣਾ, ਹਾਲਾਤ ਨਹੀਂ ਬਦਲੇ। ਉਸਨੂੰ ਇੰਨਾ ਪਤਾ ਲੱਗ ਗਿਆ ਕਿ ਉੱਥੇ ਨਬੀ ਹੈਗੇ ਆ, ਤੂੰ ਕੱਲਾ ਵਿਸ਼ਵਾਸੀ ਨਹੀਂਗਾ, ਮੈਂ ਉੱਥੇ ਆਪਣੇ ਲੋਕ ਬਚਾ ਕੇ ਰੱਖਿਓ ਆ, ਕਿਉਂਕਿ ਉਹ ਇਜ਼ਰਾਈਲ ਦੀ ਸੰਤਾਨ ਆ। ਉਹ ਉਹੀ 12 ਕਬੀਲੇ ਆ ਜਿਸ ਦੇ ਨਾਲ ਇਜ਼ਰਾਈਲ ਬਣਿਆ, ਉਹਨਾਂ 12 ਕਬੀਲਿਆਂ ਦੇ ਲੋਕ ਆ। ਸੋ ਉਸਨੂੰ ਕਹਾ ਕਿ ਤੂੰ ਇਸ ਚੀਜ਼ ਦਾ ਫਿਕਰ ਨਾ ਕਰ, ਮੈਂ ਆਪਣੇ ਜਿਹੜੇ ਵਿਸ਼ਵਾਸੀ ਨੂੰ ਬਚਾ ਕੇ ਰੱਖਿਓ। ਸੋ ਤੂੰ ਆਪਣਾ ਜਿਹੜਾ ਕਰਨ ਵਾਲਾ ਕੰਮ ਭਾਈ ਤੂੰ ਉਹ ਤੇ ਧਿਆਨ ਦੇ, ਜਿਹੜਾ ਕੰਮ ਮੈਂ ਤੈਨੂੰ ਦਿੱਤਾ ਹੈ ਉਸ ਤੇ ਵੱਲ ਆਪਣਾ ਧਿਆਨ ਕਰ। ਸੋ ਉਸਨੂੰ ਦੱਸਿਆ ਕਿ ਤੂੰ ਹੁਣ ਰਾਜਿਆਂ ਨੂੰ ਥਾਪੇਂਗਾ ਔਰ ਤੇਰੀ ਜਗ੍ਹਾ ਦੇ ਉੱਤੇ ਵੀ ਮੈਂ ਅਗਲਾ ਨਬੀ ਚੁਣ ਲਿਆ ਔਰ ਤੂੰ ਉਸ ਨੂੰ ਆਪਣੇ ਨਾਲ ਲੈ ਕੇ ਚੱਲੇਗਾ। ਹੁਣ ਤੂੰ ਕੱਲਾ ਨਹੀਂ ਚੱਲੇਗਾ, ਹੁਣ ਤੂੰ ਕੱਲਾ ਨਹੀਂ ਚੱਲੇਗਾ, ਅਲੀਸ਼ਾ ਹਮੇਸ਼ਾ ਤੇਰੇ ਨਾਲ ਨਾਲ ਹੋਏਗਾ। ਸੋ ਹੁਣ ਜਿਸ ਵੇਲੇ ਉਹ ਉੱਥੋਂ ਤੁਰਿਆ, ਉੱਥੋਂ ਚੱਲ ਪਿਆ ਪ੍ਰਭੂ ਦੇ ਹੁਕਮ ਦੇ ਅਨੁਸਾਰ, ਔਰ ਜਿਸ ਲਈ ਉੱਥੋਂ ਹੁਣ ਉਹ ਚੱਲ ਪਿਆ ਤਾਂ ਉਸਨੇ ਅਸੀਂ ਦੇਖਿਆ ਕਿ ਉਸਨੇ ਸ਼ਫਾਟ ਦੇ ਪੁੱਤਰ ਅਲੀਸ਼ਾ ਨੂੰ 12 ਹਲਾਂ ਦੇ ਨਾਲ ਦਿੱਤੇ ਔਰ 12ਵੀਂ ਜੋਕ ਉਸ ਦੀ ਸੀ। ਸੋ ਹੀ ਇਜ਼ ਨਾਟ ਅ ਪੂਅਰ ਮੈਨ, ਉਹ ਕੋਈ ਗਰੀਬ ਆਦਮੀ ਨਹੀਂ ਗਾ, he is a very rich man। ਸੋਚ ਕੇ ਦੇਖੋ ਕਿ ਜਿਸ ਬੰਦੇ ਦੇ ਕੋਲ 12 ਜੋਗਾਂ ਬਲਦਾਂ ਦੀਆਂ
ਅੱਜ ਦੇ ਦਿਨ 'ਚ ਤੁਸੀਂ ਇਹ ਸੋਚ ਕੇ ਦੇਖੋ ਕਿ ਜਿਸ ਬੰਦੇ ਕੋਲ 12 ਟਰੈਕਟਰ ਆਪਣੀ ਜ਼ਮੀਨ ਵਾਹੁਣ ਦੇ ਲਈ, ਕਿੰਨਾ ਰਿਚ ਹੋਏਗਾ। ठीक, सो वो एक रिच आदमी और वो अलीशा दे कोल दी लंघिया और उसने अलीशा दे उत्ते अपनी चादर ला के पा दी, अपना जिहड़ा प्रेयर शाल उसते अपने उत्ते सीगा उसने अलीशा दे उत्ते पा दिता। और अलीशा ने कहा कि ठहर जा, मैनू अपने घरदियां दे नाल ते कोल जा लैण दे। फिर उसने वो किया जो उस समय दे विच जिस वेले कोई इस चीज दे लई चुन लिया जांदा सी ते वो करदा सी, क्योंकि हुण उसदी एक नवी वाली जिंदगी होनी सी। सो उसने जिहड़ी 12वीं जो वो आप बाहर रहा सी, उसने वो बल्द कट्टे और हल नूं और जिहड़ी पजाली सी उसनूं तोड़िया और उसने बालन के तौर पर वरतिया, ये दिखाने के लिए कि ही बर्नट इट ऑफ। उसने अपने सारे ब्रिज जिहड़े सीगे वो ढा दिते, अपने वापस आने के सारे रस्ते उसने खत्म कर दिते। देयर इज नो प्लान बी। और उसने सारे पिंड नूं सद्दिया और सारे पिंड नूं न्योता दिता और सारे पिंड ने उत्थे खाधा पीता, जिस दे नाल पता लग गया उन्होंने कि प्रभु ने इस बंदे नूं अपने लिए चुन लिया। फिर मां बाप नूं उसने अलविदा किया और वो अलीशा दे नाल अलाइजा दे नाल चल पिया। हुण आउण वाले समय दे विच असीं देखना हैगा कि किस तरह ये सारियां जिहड़ियां अगलियां जंगां आ वो किस तरह चलदियां पईयां। कि प्रभु ने जिस तरह उसनूं किया उसे तरह ही होएगा कि उस तो अलग तरीके नाल होएगा। सो हुण ये आराम दा जिहड़ा देश आ ये कित्थे आ? लेट अस सी दैट। सो हाले आपां नाके दे विच ही आ। सो अगर असीं इत्थों उपरों देखिए, आहा आहा दिस इज अ किंगडम ऑफ इसराइल, आहा जिहड़ा सारा इलाका हैगा ये इसराइल देश दे कोल। और असीं आ जिहड़ा किंगडम ऑफ अराम डमैस्कस जिहड़ा आहा जिहड़ा अज दा तुसीं कह लो कि बेसिकली जिहड़ा सीरिया दा इलाका सीगा, ये उस वेले ये आराम दा राजा सी। सो इस इलाके दा राजा उसने चुनना और इस इलाके दे राजे ने बेसिकली इसराइल दे उत्ते उसका हमला होना और उस दे विच जिहड़ा अहाब आ उसने मारिया जाना। फिर गां तो गां असीं अगे जाके पढ़ांगे। सो इस इलाके दे नाल हुण असीं जंग हुंदी देखणी है। सो आओ आपां अगले चैप्टर दे विच चलीए। सो 20वां भाव आओ असीं इसनूं इस दियां बेसिकली पहलियां 22 आयतां जिसनूं मैं पढ़दी बस आराम दे नाल लड़ाई। आराम दे राजे बन हदद ने अपनी सारी सेना इकट्ठी की ਅਤੇ ਆ ਕੇ ਸਾਮਰੀਆ ਨੂੰ घेर लिया। ਉਸ ਦੇ ਨਾਲ ਹੋਰ ਵੀ 32 ਰਾਜੇ ਸਨ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਰਥ ਤੇ ਘੋੜੇ ਸਨ। ਇਹ ਸਭ ਮਿਲ ਕੇ ਸਾਮਰੀਆ ਨਾਲ ਲੜਾਈ ਕਰਨ ਲੱਗੇ। ਉਸਨੇ ਇਜ਼ਰਾਈਲ ਦੇ ਰਾਜਾ ਅਹਾਬ ਕੋਲ ਇਸ ਤਰ੍ਹਾਂ ਸੰਦੇਸ਼ ਘੱਲਿਆ, ਰਾਜਾ ਬਨ ਹਦਦ ਦਾ ਕਹਿਣਾ ਹੈ, ਤੇਰਾ ਸੋਨਾ ਚਾਂਦੀ ਸੁੰਦਰ ਪਤਨੀਆਂ ਤੇ ਸਭ ਚੰਗੇ ਤੋਂ ਚੰਗੇ ਬੱਚੇ ਮੇਰੇ ਹਨ। ਰਾਜਾ ਅਹਾਬ ਨੇ ਉੱਤਰ ਦਿੱਤਾ, ਜਾ ਕੇ ਮੇਰੇ ਮਾਲਕ ਰਾਜਾ ਬਨ ਹਦਦ ਨੂੰ ਕਹੋ, ਉਹ ਮੇਰਾ ਸਭ ਕੁਝ ਮੇਰੇ ਸਮੇਤ ਲੈ ਸਕਦਾ ਹੈ। ਤਦ ਬਨ ਹਦਦ ਨੇ ਸੰਦੇਸ਼ਵਾਹਕ ਦੁਆਰਾ ਰਾਜਾ ਅਹਾਬ ਕੋਲ ਇੱਕ ਦੂਜਾ ਸੰਦੇਸ਼ ਘੱਲਿਆ, ਮੇਰਾ ਹੁਕਮ ਹੈ ਕਿ ਤੂੰ ਆਪਣਾ ਸਭ ਸੋਨਾ ਚਾਂਦੀ ਔਰਤਾਂ ਤੇ ਬੱਚੇ ਮੈਨੂੰ ਸੌਂਪ ਦੇ। ਮੈਂ ਕੱਲ ਇਸ ਸਮੇਂ ਆਪਣੇ ਅਧਿਕਾਰੀ ਘੱਲ ਰਿਹਾ ਹਾਂ ਜੋ ਤੇਰੇ ਮਹਿਲ ਅਤੇ ਤੇਰੇ ਅਧਿਕਾਰੀਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ, ਜੋ ਕੁਝ ਉਹਨਾਂ ਨੂੰ ਚੰਗਾ ਲੱਗੇ ਲੈਣ ਦੇਣਾ। ਤਦ ਰਾਜਾ ਅਹਾਬ ਨੇ ਆਪਣੇ ਦੇਸ਼ ਦੇ ਸਭ ਬਜ਼ੁਰਗਾਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਦੱਸਿਆ, ਇਹ ਆਦਮੀ ਸਾਨੂੰ ਤਬਾਹ ਕਰਨਾ ਚਾਹੁੰਦਾ ਹੈ। ਇਸਨੇ ਮੇਰੇ ਤੋਂ ਮੇਰਾ ਸੋਨਾ ਚਾਂਦੀ ਔਰਤਾਂ ਤੇ ਬੱਚੇ ਮੰਗੇ ਹਨ ਜਿਨ੍ਹਾਂ ਨੂੰ ਦੇਣਾ ਮੈਂ ਸਵੀਕਾਰ ਕੀਤਾ ਹੈ। ਪਰ ਲੋਕਾਂ ਤੇ ਬਜ਼ੁਰਗਾਂ ਨੇ
ਬਜ਼ੁਰਗਾਂ ਨੇ ਕਿਹਾ, ਤੂੰ ਉਸ ਦੀ ਕੋਈ ਮੰਗ ਸਵੀਕਾਰ ਨਾ ਕਰ ਅਤੇ ਨਾ ਕੁਝ ਉਸ ਨੂੰ ਦੇ। ਸੋ ਰਾਜਾ ਅਹਾਬ ਨੇ ਰਾਜਾ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਇਹ ਉੱਤਰ ਦਿੱਤਾ, ਤੁਸੀਂ ਮੇਰੇ ਮਾਲਕ ਰਾਜਾ ਨੂੰ ਜਾ ਕਹਿ ਦੇਵੋ ਕਿ ਮੈਂ ਉਸਦੀ ਪਹਿਲੀ ਮੰਗ ਸਵੀਕਾਰ ਕੀਤੀ ਸੀ, ਪਰ ਇਹ ਨਹੀਂ ਕਰ ਸਕਦਾ ਹਾਂ। ਪਰ ਸੰਦੇਸ਼ਵਾਹ ਫਿਰ ਵਾਪਸ ਆਏ ਅਤੇ ਉਹਨਾਂ ਨੇ ਰਾਜਾ ਅਹਾਬ ਨੂੰ ਇਹ ਸੰਦੇਸ਼ ਦਿੱਤਾ, ਬਨ-ਹਦਦ ਦਾ ਕਹਿਣਾ ਹੈ ਕਿ ਮੈਂ ਇੰਨਾ ਸੋਨਾ ਆਪਣੇ ਨਾਲ ਲੈ ਕੇ ਆਵਾਂਗਾ ਕਿ ਇਸ ਸ਼ਹਿਰ ਸਾਮਰੀਆ ਦੀ ਇੱਟ ਪੱਥਰ ਇਸ ਕਰਕੇ ਇਸ ਨੂੰ ਮਿੱਟੀ ਵਿੱਚ ਮਿਲਾ ਦੇਵਾਂਗਾ। ਜੇਕਰ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਦੇਵਤੇ ਮੇਰਾ ਇਸ ਤੋਂ ਵੀ ਬੁਰਾ ਕਰਨ। ਇਜ਼ਰਾਈਲ ਦੇ ਰਾਜਾ ਨੇ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, ਜਾ ਕੇ ਬਨ-ਹਦਦ ਨੂੰ ਕਹਿ ਦੇਵੋ ਕਿ ਅਸਲੀ ਯੋਧਾ ਯੁੱਧ ਜਿੱਤਣ ਦੇ ਪਿੱਛੋਂ ਫੜਾ ਮਾਰਦਾ ਹੈ, ਨਾ ਕਿ ਯੁੱਧ ਤੋਂ ਪਹਿਲਾਂ। ਜਦੋਂ ਬਨ-ਹਦਦ ਕੋਲ ਅਹਾਬ ਦਾ ਇਹ ਸੰਦੇਸ਼ ਪਹੁੰਚਿਆ ਤਾਂ ਉਹ ਉਸ ਵੇਲੇ ਆਪਣੇ ਸਾਥੀ ਰਾਜਿਆਂ ਨਾਲ ਤੰਬੂ ਵਿੱਚ ਸ਼ਰਾਬ ਪੀ ਰਿਹਾ ਸੀ। ਉਸਨੇ ਤੁਰੰਤ ਆਪਣੀ ਸੈਨਾ ਨੂੰ ਹੁਕਮ ਦਿੱਤਾ, ਸਾਮਰੀਆ ਉੱਤੇ ਚੜ੍ਹਾਈ ਕਰੋ। ਸੋ ਉਹਨਾਂ ਚੜ੍ਹਾਈ ਕਰ ਦਿੱਤੀ। ਇਸ ਸਮੇਂ ਇੱਕ ਨਵੀਂ ਰਾਜਾ ਅਹਾਬ ਕੋਲ ਆਇਆ ਤੇ ਕਿਹਾ, ਪ੍ਰਭੂ ਦਾ ਇਹ ਕਹਿਣਾ ਹੈ ਕਿ ਤੂੰ ਇਸ ਅਣਗਿਣਤ ਸੈਨਾ ਕੋਲੋਂ ਨਾ ਡਰ। ਅੱਜ ਮੈਂ ਤੈਨੂੰ ਇਸ ਉੱਤੇ ਜਿੱਤ ਦੇਵਾਂਗਾ। ਤੂੰ ਜਾਣੇਗਾ ਕਿ ਮੈਂ ਹੀ ਪ੍ਰਭੂ ਹਾਂ। ਅਹਾਬ ਨੇ ਨਬੀ ਤੋਂ ਪੁੱਛਿਆ, ਇਜ਼ਰਾਈਲ ਵਿੱਚੋਂ ਮੇਰੇ ਵੱਲੋਂ ਕੌਣ ਵੈਰੀ ਉੱਤੇ ਹੱਲਾ ਬੋਲੇਗਾ? ਨਬੀ ਨੇ ਉੱਤਰ ਦਿੱਤਾ, ਪ੍ਰਭੂ ਦਾ ਕਹਿਣਾ ਹੈ ਕਿ ਜ਼ਿਲ੍ਹਿਆਂ ਦੇ ਸੈਨਾਪਤੀਆਂ ਦੇ ਹੇਠਲੇ ਜਵਾਨ ਇਹ ਕਰਨਗੇ। ਅਹਾਬ ਨੇ ਅੱਗੇ ਪੁੱਛਿਆ, ਉਹਨਾਂ ਦੀ ਅਗਵਾਈ ਕੌਣ ਕਰੇਗਾ? ਨਬੀ ਨੇ ਉੱਤਰ ਦਿੱਤਾ, ਤੂੰ। ਸੋ ਰਾਜਾ ਅਹਾਬ ਨੇ ਜ਼ਿਲ੍ਹਿਆਂ ਦੇ ਸੈਨਾਪਤੀਆਂ ਹੇਠਲੇ ਜਵਾਨਾਂ ਨੂੰ ਸੱਦਿਆ, ਜਿਨ੍ਹਾਂ ਦੀ ਗਿਣਤੀ 232 ਸੀ। ਉਸਨੇ ਸਾਰੀ ਇਜ਼ਰਾਈਲੀ ਸੈਨਾ ਵੀ ਇਕੱਠੀ ਕੀਤੀ, ਜਿਸ ਦੀ ਗਿਣਤੀ 7000 ਸੀ। ਇਜ਼ਰਾਈਲੀ ਜਵਾਨ ਦੁਪਹਿਰਾਂ ਦੇ ਵੇਲੇ ਹੱਲੇ ਲਈ ਨਿਕਲੇ, ਜਿਸ ਸਮੇਂ ਬਨ-ਹਦਦ ਆਪਣੇ ਸਾਥੀ 32 ਰਾਜਿਆਂ ਨਾਲ ਤੰਬੂ ਵਿੱਚ ਸ਼ਰਾਬ ਪੀ ਰਿਹਾ ਸੀ। ਇਜ਼ਰਾਈਲੀ ਜ਼ਿਲ੍ਹਿਆਂ ਤੋਂ ਸੱਦੇ ਜਵਾਨ ਸਭ ਤੋਂ ਅੱਗੇ ਸਨ, ਜਿਨ੍ਹਾਂ ਨੂੰ ਬਨ-ਹਦਦ ਦੇ ਪਹਿਰੂਆਂ ਨੇ ਦੇਖ ਲਿਆ ਤੇ ਉਹਨਾਂ ਨੇ ਜਾ ਕੇ ਬਨ-ਹਦਦ ਨੂੰ ਦੱਸਿਆ ਕਿ ਇਜ਼ਰਾਈਲੀ ਫੌਜੀ ਸਾਮਰੀਆ ਵੱਲੋਂ ਆ ਰਹੇ ਹਨ। ਬਨ-ਹਦਦ ਨੇ ਹੁਕਮ ਦਿੱਤਾ, ਚਾਹੇ ਉਹ ਲੜਨ ਆਏ ਹੋਣ ਜਾਂ ਸ਼ਾਂਤੀ ਦਾ ਸੰਦੇਸ਼ ਲੈ ਕੇ, ਤੁਸੀਂ ਉਹਨਾਂ ਨੂੰ ਜਿਉਂਦੇ ਫੜ ਕੇ ਲੈ ਆਵੋ। ਪਰ ਜ਼ਿਲ੍ਹਿਆਂ ਦੇ ਜਵਾਨਾਂ ਨੇ ਪਹਿਲੇ ਅੱਗੇ ਵਧ ਕੇ ਹੱਲਾ ਬੋਲਿਆ ਤੇ ਉਹਨਾਂ ਦੇ ਪਿੱਛੇ ਪਿੱਛੇ ਇਜ਼ਰਾਈਲੀ ਸੈਨਾ ਵੀ ਆਈ। ਹਰ ਇਜ਼ਰਾਈਲੀ ਜਵਾਨ ਨੇ ਜੋ ਵੀ ਵੈਰੀ ਉਸਦੇ ਸਾਹਮਣੇ ਆਇਆ ਮਾਰ ਦਿੱਤਾ। ਸੋ ਅਰਾਮੀ ਸੈਨਾ ਬੁਰੀ ਤਰ੍ਹਾਂ ਨਾਲ ਹਾਰ ਕੇ ਨੱਠੀ ਤੇ ਰਾਜਾ ਬਨ-ਹਦਦ ਵੀ ਘੋੜੇ ਉੱਤੇ ਬੈਠ ਕੇ ਬਾਕੀ ਦੇ ਘੋੜਸਵਾਰਾਂ ਨਾਲ ਫਰਾਰ ਹੋ ਗਿਆ। ਰਾਜਾ ਅਹਾਬ ਨੇ ਅਰਾਮੀ ਹਾਰੀ ਹੋਈ ਸੈਨਾ ਦੇ ਪਿੱਛੇ ਰਹਿ ਗਏ ਘੋੜੇ ਤੇ ਰਥ ਲੁੱਟ ਲਏ ਤੇ ਵੈਰੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਿੱਤੀ। ਤਦ ਨਵੀਂ ਰਾਜਾ ਅਹਾਬ ਦੇ ਕੋਲ ਗਿਆ ਤੇ ਕਿਹਾ, ਤੂੰ ਵਾਪਸ ਜਾ ਕੇ ਆਪਣੀ ਸੈਨਾ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਕੇ ਬਿਉਂਤ ਬਣਾ, ਕਿਉਂਕਿ ਅਗਲੇ ਸਾਲ ਅਰਾਮੀ ਰਾਜਾ ਫਿਰ ਇਜ਼ਰਾਈਲ ਉੱਤੇ ਹੱਲਾ ਬੋਲੇਗਾ। ਸੋ ਪ੍ਰਭੂ ਆਪਣੇ ਲੋਕਾਂ ਦੇ ਲਈ ਇਹ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਦਾ ਉਹ ਨਾਸ਼ ਮੰਗਣ ਗਿਆ ਸੀ, ਪ੍ਰਭੂ ਦੇਖੋ ਹਾਲੇ ਵੀ ਉਸ ਦੇ ਨਾਲ। ਇਹ ਹੈ ਪ੍ਰਭੂ ਦੀ ਦਇਆ, ਉਸ ਦੀ ਦਿਆਲਤਾ ਹੈ। ਰਾਜਾ ਅਹਾਬ ਕੋਈ ਗੁੱਡ ਰਾਜਾ ਨਹੀਂ ਹੈ। ਰਾਜਾ ਅਹਾਬ ਬੁੱਤ ਪ੍ਰਸਤ ਆ ਔਰ ਉਸਨੇ ਆਪਣੇ ਲੋਕਾਂ ਨੂੰ ਵੀ ਬੁੱਤ ਪ੍ਰਸਤੀ ਦੇ ਵਿੱਚ ਲਾਇਆ, ਤਾਂ ਵੀ ਪ੍ਰਭੂ ਨਬੀ ਘੱਲਦਾ ਪਿਆ ਉਸਦੇ ਕੋਲ, ਔਰ ਉਹ ਨਬੀ ਘੱਲਦਾ ਪਿਆ ਜਿਨ੍ਹਾਂ ਦਾ ਉਹ ਸ਼ਿਕਾਰ ਕਰਦਾ ਪਿਆ, ਜਿਨ੍ਹਾਂ ਨੂੰ ਉਹ ਬਾਲ ਦੇਵਤੇ ਦੇ ਮੂਹਰੇ ਬਲੀਆਂ ਚੜਾਉਂਦਾ, ਜਿਨ੍ਹਾਂ ਦੀਆਂ। ਇਹ ਹੈ ਪ੍ਰਭੂ ਦਾ ਦਿਲ। ਸੋ ਆਰਾਮ ਦਾ ਰਾਜਾ 32 ਹੋਰ ਰਾਜਿਆਂ ਨੂੰ ਇਕੱਠੇ ਕਰਕੇ, ਉਹਨਾਂ ਦੀ ਸੈਨਾ ਨੂੰ ਇਕੱਠੀ ਕਰਕੇ ਤੇ ਉਸਨੇ ਹਮਲਾ ਕੀਤਾ। ਕਿਉਂ 32 ਰਾਜੇ ਹੋਰ ਕਿਹੜੇ ਆ? ਕਿਉਂਕਿ ਆ ਜਿੰਨੇ ਵੀ ਇਲਾਕੇ ਸੀਗੇ ਜਿਹੜੇ ਅਸੀਂ ਦੇਖਦੇ ਹਾਂ, ਇਹ ਸਭ ਛੋਟੀਆਂ ਜਿੱਦਾਂ ਟਰਾਈਬਾਂ ਦੇ ਵਿੱਚ ਵੰਡ ਹੋਏ ਸੀ। ਜਿੰਨੇ ਵੀ ਮੁਆਬ ਦਾ ਰਾਜਾ, ਨਬਾਟੂ, ਇੱਥੇ ਉੱਪਰਲੀਆਂ ਜਿੰਨੀਆਂ ਵੀ ਕਿੰਗਡਮ ਸੀਗੀਆਂ, ਇਸ ਤੋਂ ਇਧਰਲੇ ਪਾਸੇ ਅੱਜ ਦਾ ਸਾਊਦੀ ਅਰੇਬੀਆ ਵਗੈਰਾ, ਥੱਲੇ ਇਧਰਲੇ ਪਾਸੇ ਆ ਜਾਂਦਾ ਹੈਗਾ ਆ, ਇਹਨਾਂ ਇਲਾਕਿਆਂ ਦੇ ਵਿੱਚ ਆ ਜਾਂਦਾ। ਨਿੱਕੇ ਨਿੱਕੇ ਕਿੰਗਡਮ ਸੀਗੀਆਂ ਜਿਨ੍ਹਾਂ ਦੇ ਰਾਜੇ ਹੁੰਦੇ ਸੀ। ਕਿਸੇ ਦੇ ਕੋਲ 20,000, ਕਿਸੇ ਦੇ ਕੋਲ 10,000 ਫੌਜੀ ਹੁੰਦੇ ਸੀਗੇ, ਔਰ ਇਹ ਸਾਰੇ ਆਪਣੇ ਫੌਜੀ ਇਕੱਠੇ ਕਰਕੇ ਤਾਂ ਇਹ ਇਸੇ ਤਰ੍ਹਾਂ ਲੁੱਟਣ ਦੇ ਲਈ ਬੇਸਿਕਲੀ ਲੁੱਟਣ ਦੇ ਲਈ ਨਿਕਲਦੇ ਹੁੰਦੇ ਸੀ। ਔਰ ਇਹਨਾਂ ਨੇ ਰਲ ਕੇ ਜਿਹੜਾ ਹਮਲਾ ਬੋਲਿਆ ਉਸ ਦੇ ਉੱਤੇ, ਲੇਕਿਨ ਉਸਨੂੰ ਸੁਨੇਹੇ ਘੱਲਦੇ ਪਏ ਕਿ ਤੇਰੀਆਂ ਔਰਤਾਂ, ਤੇਰੇ ਬੱਚੇ, ਤੇਰਾ ਸੋਨਾ, ਤੇਰਾ ਚਾਂਦੀ ਉਹ ਸਾਡੇ। ਸੋ ਉਸਨੇ ਕਿਹਾ, ਠੀਕ ਆ, ਤੂੰ ਲੈ ਲਾ, ਪਰ ਮੇਰੇ ਲੋਕਾਂ ਨੂੰ ਛੱਡ। ਉਸਨੇ ਕਿਹਾ, ਨਹੀਂ, ਤੇਰੇ ਲੋਕਾਂ ਦਾ ਵੀ ਸਾਰਾ ਕੁਝ ਮੇਰਾ।
ਔਰ ਮੇਰੇ ਸਿਪਾਹੀ ਆਉਣਗੇ ਔਰ ਹਰ ਘਰ ਦੀ ਤਲਾਸ਼ੀ ਲੈਣਗੇ ਔਰ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਹ ਲੈ ਜਾਣਗੇ। ਪਰ ਫਿਰ ਬਜ਼ੁਰਗਾਂ ਨੇ ਉਸ ਨੂੰ ਕਿਹਾ ਕਿ ਨਹੀਂ, ਤੁਸੀਂ ਕਿਹਾ ਨਹੀਂ, ਏਦਾਂ ਨਹੀਂ ਹੋ ਸਕਦਾ, ਤੁਸੀਂ ਨਾ ਕਰ ਦਿਓ। ਔਰ ਪ੍ਰਭੂ ਨੇ ਉਸਦੇ ਕੋਲ ਆਪਣਾ ਨਬੀ ਘੱਲਿਆ ਔਰ ਜਿਸਨੇ ਉਸਨੂੰ ਕਿਹਾ ਕਿ ਤੂੰ ਨਾ ਡਰ, ਤੂੰ ਜਵਾਨ ਇਕੱਠੇ ਕਰ ਔਰ ਉਹ ਅਗਵਾਈ ਕਰਨਗੇ ਔਰ ਤੂੰ ਆਪਣੀ ਸੈਨਾ ਦੀ ਅਗਵਾਈ ਕਰੇ। ਸੈਨਾ ਤੱਕ ਆਉਣ ਹੀ ਨਹੀਂ ਦਿੱਤਾ। ਉਹ ਜਿਹੜੇ 232 ਜਵਾਨ ਗਾਂ ਗਏ ਆ, ਉਹਨਾਂ ਨੇ ਹੀ ਉਸ ਫੌਜ ਨੂੰ ਦੜਾਤਾ। ਔਰ ਸੈਨਾ ਜਿਹੜੀ ਪਿੱਛੇ ਸੀ ਉਹ ਤਾਂ ਬੇਸਿਕਲੀ ਲੁੱਟਣ ਨੂੰ ਸੀ, ਉਸ ਦਾ ਸਾਰਾ ਕੁਝ ਲੁੱਟ ਗਿਆ। ਰਾਜਾ ਬਨ ਹਦਦ ਉੱਥੋਂ ਦੌੜ ਗਿਆ। ਉਸਨੇ ਕਿਹਾ ਤੇ ਤੂੰ ਹੁਣ ਅਗਲੇ ਸਾਲ ਦੀ ਤਿਆਰੀ ਕਰ ਲੈ, ਕਿਉਂਕਿ ਇਸਨੇ ਦੂਸਰਾ ਹਮਲਾ ਹੁਣ ਤੇਰੇ ਉੱਤੇ ਕਰਨਾ ਹੈ, ਇਸ ਦਾ ਦੂਸਰਾ ਹਮਲਾ ਤੇਰੇ ਤੇ ਹੋਣਾ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਆਓ ਉਸ ਮੂਵੀ ਦਾ ਛੋਟਾ ਜਿਹਾ ਹਿੱਸਾ ਦੇਖੀਏ, ਕਿਉਂਕਿ ਆਪਾਂ ਰਿਕਾਰਡ ਨਹੀਂ ਕਰ ਸਕਦੇ ਇਹਨਾਂ ਨੂੰ। ਉਸ ਮੂਵੀ ਦਾ ਛੋਟਾ